ਸਤਨਾਮ ਵਾਹਿਗੁਰੂ ਜੀ। ਮਨ ਪਰਦੇਸੀ ਜੇਥੀਐ ਸਭ ਦੇਸ਼ ਪਰਾਇਆ। ਕਿਸ ਪੈ ਕੋਲੋਂ ਗੰਠੜੀ ਦੁਖੀ ਪਰ ਆਇਆ। ਦੁਖੀ ਪਰ ਆਇਆ ਜਗਤ ਸਬਾਇਆ। ਕੌਣ ਜਾਣੈ ਬਿਦ ਮੇਰੀਆ ਆਵਣੇ ਜਾਵਣੇ ਖਰੇ ਡਰਾਵਣੇ। ਟੋਟ ਨਾ ਆਵੈ ਫੇਰੀਆ ਟੋਟ ਨਾ ਆਵੈ ਫੇਰੀਆ। ਨਾਮ ਮਿਹੂਣੇ ਊਣੇ ਚੂਣੇ ਨਾ ਗੁਰ ਸ਼ਬਦ ਸੁਣਾਇਆ। ਮਨ ਪਰਦੇਸੀ ਜੇਥੀਐ ਸਭ ਦੇਸ਼ ਪਰਾਇਆ। ਮਨ ਪਰਦੇਸੀ ਜੇਥੀਐ ਸਭ ਦੇਸ਼ ਪਰਾਇਆ। ਸਾਹਿਬ ਸਤਿਗੁਰੂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸਵੇਰ ਵੇਲੇ ਦੀ ਸਜੀ ਸਾਧ ਸੰਗਤ ਦੇ ਅੰਦਰ ਗੁਰੂ ਸਾਹਿਬ ਜੀ ਦੇ ਬਖਸ਼ੇ ਹੋਏ ਉਦਮ ਦਾ ਸਦਕਾ ਸਤ ਸੰਗਤ ਦੇ ਅੰਦਰ ਜੁੜੇ ਸਤ ਸੰਗੀ ਜਨੋ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਪਾਵਨ ਅੰਗ 766 ਜਿਸ ਦੇ ਉੱਪਰ ਸੁਭਾਇਮਾਨ ਰਾਗ ਸੂਹੀ, ਜਿਸ ਵਿੱਚ ਦਰਜ ਸ਼ਬਦ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ, ਦੇ ਵਿੱਚੋਂ ਆਪ ਜੀ ਨੇ ਸ਼ਬਦ ਦੇ ਬੰਦ 8 ਦਾ ਪਾਠ ਅੱਜ ਦੇ ਦੀਵਾਨ ਅੰਦਰ ਸੁਣਨਾ ਕੀਤਾ ਹੈ। ਅੱਜ ਦੇ ਦੀਵਾਨ ਅੰਦਰ ਇਸ ਵਿਚਾਰ ਅਧੀਨ ਬੰਦ ਦੀ ਵਿਚਾਰ ਆਪ ਸਾਰੇ ਸਤ ਸੰਗੀ ਜਨਾਂ ਦੇ ਨਾਲ ਸਾਂਝੀ ਕੀਤੀ ਜਾਏਗੀ। ਗੁਰੂ ਮਹਾਰਾਜ ਆਪ ਮਹਿਰਮਤ ਕਰਨ, ਬਖਸ਼ਿਸ਼ ਕਰਨ। ਇੱਕ ਵਾਰ ਸਾਰੇ ਹੀ ਸਤ ਸੰਗੀ ਜਨਾਂ ਨੇ ਗੁਰੂ ਕਲਗੀਧਰ ਮਹਾਰਾਜ ਜੀ ਦੀ ਬਖਸ਼ੀ ਹੋਈ ਫਤਿਹ ਪ੍ਰਵਾਨ ਕਰਨੀ, ਬੜੇ ਪਿਆਰ ਦੇ ਨਾਲ ਕਹਿਣਾ, ਓ ਵਾਹਿਗੁਰੂ ਜੀ ਕਾ ਖਾਲਸਾ, ਓ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਮਨੁੱਖਾ ਸਰੀਰ ਦੇ ਲਈ ਲਿਖੀ ਗਈ ਹੈ। ਮਨੁੱਖ ਸਰੀਰ ਦੇ ਨਾਲ ਸੰਬੰਧਿਤ ਵਸਤਾਂ ਦਾ ਜ਼ਿਕਰ ਗੁਰਬਾਣੀ ਦੇ ਵਿੱਚ ਅਨੇਕ ਹੀ ਥਾਵਾਂ 'ਤੇ ਮਿਲਦਾ ਹੈ।
ਕਿਤੇ ਗੁਰੂ ਸਾਹਿਬ ਮਹਾਰਾਜ ਇਸ ਮੁਕੰਮਲ ਸਰੀਰ ਦੀ ਗੱਲ ਕਰਦੇ ਹਨ। ਜਿਵੇਂ ਅਸੀਂ ਬਚਨ ਪੜ੍ਹਦੇ ਹਾਂ ਗੁਰੂ ਅਮਰਦਾਸ ਮਹਾਰਾਜ ਜੀ ਦਾ, ਇਹ ਸ਼ਰੀਰਾ ਮੇਰਿਆ ਇਸ ਜਗ ਮੈਂ ਆਏ ਕੈ, ਕਿਆ ਤੁਧ ਕਰਮ ਕਮਾਇਆ, ਕੇ ਕਰਮ ਕਮਾਇਆ ਤੁਧ ਸ਼ਰੀਰਾ, ਜਾ ਤੂੰ ਜਗ ਮੈਂ ਆਇਆ। ਮੁਕੰਮਲ ਸਰੀਰ ਦੀ ਗੱਲ ਹੈ। ਕਈ ਥਾਵਾਂ ਤੇ ਪਵਿੱਤਰ ਬਾਣੀ ਦੇ ਵਿੱਚ ਸਰੀਰ ਦੇ ਅੰਦਰ ਮੌਜੂਦ ਅੰਗਾਂ ਦੀ ਗੱਲ ਵੀ ਹੈ। ਭਾਵ ਗੁਰਬਾਣੀ ਨੇ ਬਹੁਤ ਥਾਵਾਂ ਤੇ ਸਰੀਰ ਦੇ ਵਿੱਚ ਮੌਜੂਦ ਅੰਗਾਂ ਦਾ ਜ਼ਿਕਰ ਵੀ ਕੀਤਾ ਹੈ। ਜਿਵੇਂ ਬਚਨ ਆਉਂਦਾ ਹੈ, ਏ ਨੇਤਰੋ ਮੇਰਿਓ ਹਰ ਤੁਮੈ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ। ਨੇਤਰ ਦਾ ਭਾਵ ਹੈ ਅੱਖਾਂ। ਅੱਖਾਂ ਸਰੀਰ ਦੇ ਅੰਗ ਹਨ। ਇਹਨਾਂ ਅੰਗਾਂ ਦਾ ਜ਼ਿਕਰ, ਇਹਨਾਂ ਅੰਗਾਂ ਨੂੰ ਜੋ ਉਪਦੇਸ਼ ਗੁਰੂ ਮਹਾਰਾਜ ਨੇ ਦਿੱਤਾ ਉਸ ਦਾ ਜ਼ਿਕਰ ਵੀ ਆਉਂਦਾ ਹੈ। ਬਾਣੀ 'ਚ ਬਚਨ ਆਉਂਦਾ ਹੈ, ਚਰਨ ਚਲੋ ਮਾਰਗ ਗੋਬਿੰਦ, ਮਿਟੈ ਪਾਪ ਜਪੀਐ ਹਰ ਬਿੰਦ, ਕਰ ਹਰ ਕਰਮ ਸ਼ਰਵਣ ਹਰ ਕਥਾ, ਹਰ ਦਰਗਾਹ ਨਾਨਕ ਉਜਲ ਮੱਥਾ। ਸਰੀਰ ਦੇ ਕਈ ਅੰਗਾਂ ਦਾ ਜ਼ਿਕਰ ਹੈ। ਚਰਨ ਦਾ ਭਾਵ ਹੈ ਪੈਰ, ਪੈਰਾਂ ਦਾ ਜ਼ਿਕਰ ਹੈ, ਪੈਰਾਂ ਨੂੰ ਉਪਦੇਸ਼ ਹੈ। ਕਰ, ਕਰ ਦਾ ਭਾਵ ਹੁੰਦਾ ਹੈ ਹੱਥ। ਕਰ ਹਰ ਕਰਮ, ਸ਼ਰਵਣ, ਸ਼ਰਵਣ ਕਹਿੰਦੇ ਨੇ ਕੰਨਾਂ ਨੂੰ, ਕੰਨਾਂ ਦਾ ਜ਼ਿਕਰ ਹੈ। ਹਰ ਦਰਗਾਹ ਨਾਨਕ ਉਜਲ ਮੱਥਾ, ਮੱਥਾ ਦਾ ਭਾਵ ਹੈ ਸਾਡਾ ਸਿਰ, ਸਿਰ ਦਾ ਅਗਲਾ ਪਾਸਾ। ਸੋ ਮੈਂ ਬੇਨਤੀ ਕਰ ਰਿਹਾ ਸਾਂ ਕਿ ਸਤਿਗੁਰੂ ਦੀ ਪਵਿੱਤਰ ਬਾਣੀ 'ਚ ਜਿੱਥੇ ਸਾਡੇ ਮੁਕੰਮਲ ਸਰੀਰ ਦਾ ਜ਼ਿਕਰ ਆਉਂਦਾ ਹੈ, ਮੁਕੰਮਲ ਸਰੀਰ ਨੂੰ ਗੁਰਦੇਵ ਉਪਦੇਸ਼ ਕਰਦੇ ਹਨ, ਉਥੇ ਸਰੀਰ ਦੇ ਅਲੱਗ-ਅਲੱਗ ਅੰਗਾਂ ਨੂੰ ਵੀ ਸਤਿਗੁਰ ਨੇ ਪਵਿੱਤਰ ਬਾਣੀ ਦੇ ਅੰਦਰ ਉਪਦੇਸ਼ ਦਿੱਤਾ, ਉਪਦੇਸ਼ ਕੀਤਾ। ਉਸ ਵਿੱਚ ਸਾਡੀਆਂ ਅੱਖਾਂ ਆ ਜਾਂਦੀਆਂ ਨੇ, ਉਸ ਵਿੱਚ ਸਾਡੀ ਰਸਨਾ ਆ ਜਾਂਦੀ ਹੈ। ਰਸਨਾ ਨੂੰ ਵੀ ਉਪਦੇਸ਼ ਹੈ, ਜੀਭ ਨੂੰ ਵੀ ਉਪਦੇਸ਼ ਹੈ। ਇਹ ਰਸਨਾ, ਤੂੰ ਅੰਨ ਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰਤ ਕਿਤੈ, ਜਿਚਰ ਹਰ ਰਸ ਪੱਲੇ ਨਾ ਪਾਏ, ਹਰ ਰਸ ਪਾਏ ਪੱਲੇ ਪੀਐ, ਹਰ ਰਸ ਬਹੁ ਨਾ ਤ੍ਰਿਸ਼ਨਾ ਲਾਗੈ ਆਏ। ਕਹਿ ਨਾਨਕ ਹੋਰ ਅਨ ਰਸ ਸਭ ਵਿਸਰੇ, ਜਾ ਹਰ ਵਸੈ ਮਨ ਆਏ। ਰਸਨਾ ਨੂੰ ਵੀ ਉਪਦੇਸ਼ ਹੈ, ਅੱਖਾਂ ਨੂੰ ਉਪਦੇਸ਼ ਹੈ, ਰਸਨਾ ਨੂੰ ਉਪਦੇਸ਼ ਹੈ, ਮੱਥੇ ਨੂੰ ਉਪਦੇਸ਼ ਹੈ, ਕੰਨਾਂ ਨੂੰ ਉਪਦੇਸ਼ ਹੈ, ਹੱਥਾਂ ਨੂੰ ਉਪਦੇਸ਼ ਹੈ, ਪੈਰਾਂ ਨੂੰ ਉਪਦੇਸ਼ ਹੈ। ਇੱਥੋਂ ਤੱਕ ਸਤਿਗੁਰੂ ਨੇ ਪਵਿੱਤਰ ਬਾਣੀ ਅੰਦਰ ਸਾਡੇ ਨੱਕ ਨੂੰ ਵੀ ਉਪਦੇਸ਼ ਕੀਤਾ। ਸੋ ਮੁਕੰਮਲ ਸਾਰੇ ਸਰੀਰ ਨੂੰ ਹੀ ਉਪਦੇਸ਼ ਹੈ। ਸਰੀਰ ਦੇ ਉਹ ਅੰਗ ਜੋ ਕਰਮ ਕਰਦੇ ਨੇ, ਜਿਨ੍ਹਾਂ ਰਾਹੀਂ ਬੰਦੇ ਦੀ ਖਸਲਤ ਦੀ ਪਹਿਚਾਣ ਹੁੰਦੀ ਹੈ, ਗੁਰਦੇਵ ਨੇ ਉਸ ਦਾ ਜ਼ਿਕਰ ਵੀ ਬਾਣੀ 'ਚ ਕੀਤਾ ਤੇ ਉਸ ਨੂੰ ਵੀ ਉਪਦੇਸ਼ ਕੀਤਾ। ਅੱਖਾਂ ਰਾਹੀਂ ਬੰਦੇ ਦੀ ਪਹਿਚਾਣ ਹੁੰਦੀ ਹੈ, ਬੰਦੇ ਦੀ ਦੇਖਣੀ ਤੋਂ ਬੰਦੇ ਦੇ ਅੰਦਰ ਕੀ ਚੱਲ ਰਿਹਾ ਇਸ ਦਾ ਅਹਿਸਾਸ ਹੁੰਦਾ ਹੈ। ਬੰਦਾ ਹੱਥਾਂ ਨਾਲ ਕੀ ਕਰ ਰਿਹਾ ਹੈ, ਉਸ ਕਰਨ ਤੋਂ ਅਹਿਸਾਸ ਹੁੰਦਾ ਹੈ ਕਿ ਬੰਦੇ ਦੇ ਅੰਦਰ ਕੀ ਚੱਲ ਰਿਹਾ। ਬੰਦੇ ਦੀ ਰਸਨਾ ਤੋਂ ਜੋ ਬੋਲ ਰਿਹਾ, ਜੋ ਖਾ ਰਿਹਾ, ਉਸ ਤੋਂ ਅਹਿਸਾਸ ਹੁੰਦਾ ਹੈ ਬੰਦੇ ਦੇ ਅੰਦਰ ਕੀ ਚੱਲ ਰਿਹਾ। ਬੰਦੇ ਦੇ ਕਰਨਾਂ ਤੋਂ ਜੋ ਇਹ ਸੁਣਦਾ ਹੈ, ਸ਼ਰਵਣਾ ਤੋਂ ਜੋ ਇਹ ਸੁਣਦਾ ਹੈ, ਉਹਦੇ ਤੋਂ ਅਹਿਸਾਸ ਹੁੰਦਾ ਹੈ ਬੰਦੇ ਦੇ ਅੰਦਰ ਕੀ ਹੈ। ਇਸ ਕਰਕੇ ਸਤਿਗੁਰ ਨੇ ਜਿੰਨੇ ਵੀ ਇਹ ਕਰਮ ਇੰਦਰੇ ਸਨ ਤੇ ਗਿਆਨ ਇੰਦਰੇ ਸਨ, ਇਹਨਾਂ ਨੂੰ ਪਵਿੱਤਰ ਬਾਣੀ ਵਿੱਚ ਉਪਦੇਸ਼ ਕਰ ਦਿੱਤਾ ਤੇ ਮੁਕੰਮਲ ਸਰੀਰ ਨੂੰ ਵੀ ਉਪਦੇਸ਼ ਕਰ ਦਿੱਤਾ। ਕਈ ਥਾਵਾਂ ਤੇ ਸਾਰੇ ਸਰੀਰ ਨੂੰ ਹੀ ਉਪਦੇਸ਼ ਕਰਦੇ ਨੇ, ਉਹਦੇ 'ਚ ਅੱਖਾਂ ਵੀ ਆ ਜਾਂਦੀਆਂ ਨੇ, ਨੱਕ ਵੀ ਆ ਜਾਂਦਾ ਹੈ, ਸਰੀਰ ਦੇ ਸਾਰੇ ਅੰਗ ਆ ਜਾਂਦੇ ਨੇ। ਪਰ ਕਈ ਥਾਵਾਂ ਤੇ ਸਤਿਗੁਰੂ ਜੀ ਕੀ ਕਰਦੇ ਹਨ, ਕਿਸੇ ਇੱਕ ਅੰਗ ਨੂੰ ਉਪਦੇਸ਼ ਕਰਦੇ ਨੇ, ਇੱਕ ਹੀ ਅੰਗ ਨੂੰ।
ਜਿਵੇਂ ਰਸਨਾ ਨੂੰ ਇਕੱਲੀ ਨੂੰ ਉਪਦੇਸ਼ ਕੀਤਾ, ਸਾਡੇ ਸ਼ਰਵਣਾਂ ਨੂੰ ਕੱਲਿਆਂ ਨੂੰ ਉਪਦੇਸ਼ ਕੀਤਾ ਬਾਣੀ 'ਚ। ਇਹ ਸ਼ਰਵਣੋ ਮੇਰਿਓ ਸਾਚੈ ਸੁਣਨੇ ਨੋ ਪਠਾਏ। ਸ਼ਰਵਣ ਦਾ ਭਾਵ ਹੁੰਦਾ ਕੰਨ, ਕੱਲਾ ਕੰਨਾਂ ਨੂੰ ਉਪਦੇਸ਼ ਕੀਤਾ। ਕਿਤੇ ਗੁਰਦੇਵ ਨੇ ਕੱਲਾ ਇਹਨਾਂ ਹੱਥਾਂ ਨੂੰ ਉਪਦੇਸ਼ ਕੀਤਾ ਕਿ ਇਹਨਾਂ ਹੱਥਾਂ ਨੂੰ ਉਪਦੇਸ਼ ਕਰਕੇ ਇਹਨਾਂ ਨੂੰ ਧਰਮ ਦ੍ਰਿੜ ਕਰਵਾਇਆ। ਕਿਤੇ ਕੱਲਾ ਪੈਰਾਂ ਨੂੰ ਉਪਦੇਸ਼ ਕੀਤਾ ਗੁਰਦੇਵ ਨੇ, ਤੇ ਕਿਤੇ ਕੱਲਾ ਗੁਰਦੇਵ ਨੇ ਸਾਡੀ ਨੱਕ ਨੂੰ, ਸਾਡੀ ਨਾਸ ਨੂੰ ਉਪਦੇਸ਼ ਕੀਤਾ। ਜਿੱਥੇ ਸਰੀਰ ਦੇ ਇਹਨਾਂ ਸਾਰੇ ਅੰਗਾਂ ਨੂੰ ਤੇ ਮੁਕੰਮਲ ਸਰੀਰ ਨੂੰ ਉਪਦੇਸ਼ ਹੈ, ਉਥੇ ਬਾਣੀ ਦੇ ਵਿੱਚ ਬਹੁਤਾ ਉਪਦੇਸ਼ ਸਰੀਰ ਦੇ ਅੰਦਰ ਮੌਜੂਦ ਮਨ ਨੂੰ ਹੈ। ਬੇਨਤੀ ਨੂੰ ਫੇਰ ਸਮਝਿਓ, ਸਰੀਰ ਨੂੰ ਉਪਦੇਸ਼ ਆ ਗਿਆ, ਸਰੀਰ ਦੇ ਅੰਗਾਂ ਨੂੰ ਉਪਦੇਸ਼ ਆ ਗਿਆ ਗੁਰੂ ਦਾ। ਉਥੇ ਗੁਰੂ ਨੇ ਸਾਡੇ ਅੰਦਰ ਮੌਜੂਦ ਮਨ ਨੂੰ ਵੀ ਬਹੁਤ ਥਾਵਾਂ ਤੇ, ਇਉਂ ਕਹਿ ਲਓ ਕਿ ਬਾਣੀ ਦੇ ਅੰਦਰ ਲਗਭਗ 90% ਤੋਂ ਉੱਪਰ ਉਪਦੇਸ਼ ਗੁਰੂ ਦਾ ਮਨ ਨੂੰ ਹੈ। ਜਗ੍ਹਾ ਜਗ੍ਹਾ ਤੇ ਮਨ ਦੀ ਗੱਲ ਗੁਰਦੇਵ ਆ ਕੇ ਕਰਦੇ ਹਨ। ਜਿਹੜੇ ਸੱਜਣ ਬਾਣੀ ਨੂੰ ਆਪ ਪੜ੍ਹਦੇ ਨੇ, ਸਹਿਜ ਪਾਠ ਕਰਦੇ ਨੇ, ਉਹਨਾਂ ਸੱਜਣਾਂ ਨੂੰ ਸਹਿਜੇ ਹੀ ਇਸ ਗੱਲ ਦਾ ਅਹਿਸਾਸ ਹੋ ਜਾਂਦਾ। ਉਹ ਸਮਝ ਜਾਂਦੇ ਨੇ ਕਿ ਬਹੁਤੀ ਬਾਣੀ ਤੇ ਵਾਰ-ਵਾਰ ਮਨ ਤੇ ਆ ਕੇ ਢੁਕਦੀ ਹੈ। ਕਿਤੇ ਗੁਰਦੇਵ ਮਨ ਦੀਆਂ ਚੰਗੀਆਂ ਪ੍ਰਵਿਰਤੀਆਂ ਦਾ ਜ਼ਿਕਰ ਕਰਦੇ ਨੇ, ਕਿਤੇ ਗੁਰਦੇਵ ਮਨ ਦੀਆਂ ਮਾੜੀਆਂ ਪ੍ਰਵਿਰਤੀਆਂ ਦਾ ਜ਼ਿਕਰ ਕਰਦੇ ਨੇ। ਭਾਵ ਮਨ ਦੇ ਮਾੜੇ ਚਾਲ ਚੱਲਣ ਦਾ ਜ਼ਿਕਰ ਵੀ ਗੁਰਬਾਣੀ 'ਚ ਹੈ, ਤੇ ਮਨ ਦੇ ਚੰਗੇ ਚਾਲ ਚੱਲਣ ਦਾ ਜ਼ਿਕਰ ਵੀ ਬਾਣੀ 'ਚ ਹੈ। ਦੋਵਾਂ ਦਾ ਜ਼ਿਕਰ ਬਾਣੀ 'ਚ ਆਏਗਾ। ਜੇ ਮਨ ਮਾੜਾ ਹੈ, ਮਨ ਭੈੜਾ ਹੈ, ਮਨ ਦਾ ਚਾਲ ਚੱਲਣ ਚੰਗਾ ਨਹੀਂ, ਮਨ ਦੀਆਂ ਪ੍ਰਵਿਰਤੀਆਂ ਚੰਗੀਆਂ ਨਹੀਂ, ਗੰਦਲੀਆਂ ਨੇ, ਤਾਂ ਗੁਰਦੇਵ ਇਸ ਨੂੰ ਕੁਝ ਉਦਾਹਰਨਾਂ ਦੇ ਦੁਆਰਾ ਸਾਡੇ ਸਾਹਮਣੇ ਰੱਖਦੇ ਨੇ। ਬਾਣੀ ਦੇ ਵਿੱਚ ਮਨ ਦੀ ਗੰਦੀ ਪ੍ਰਵਿਰਤੀ ਨੂੰ, ਗੰਦਲੀ ਪ੍ਰਵਿਰਤੀ ਨੂੰ ਕਈ ਉਦਾਹਰਨਾਂ ਦੇ ਦੁਆਰਾ ਸਾਡੇ ਸਾਹਮਣੇ ਰੱਖਿਆ। ਪਹਿਲੀ ਉਦਾਹਰਨ ਸਤਿਗੁਰੂ ਗੁਰੂ ਮਹਾਰਾਜ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੇ ਬਚਨਾਂ ਵਿੱਚੋਂ ਸਾਂਝੀ ਕਰਾਂਗਾ। ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ, ਮਨ ਦੀ ਪ੍ਰਵਿਰਤੀ ਕੁੱਤੇ ਦੀ ਪੂਛ ਵਰਗੀ ਹੈ। ਜਿਵੇਂ ਕੁੱਤੇ ਦੀ ਪੂਛ ਸਿੱਧੀ ਨਹੀਂ ਹੁੰਦੀ, ਕਹਿੰਦੇ ਮਨ ਦੀਆਂ ਪ੍ਰਵਿਰਤੀਆਂ, ਭੈੜੀਆਂ ਪ੍ਰਵਿਰਤੀਆਂ ਸਿੱਧੀਆਂ ਨਹੀਂ ਹੁੰਦੀਆਂ, ਭਾਵ ਸੁਧਰਦੀਆਂ ਨਹੀਂ ਹਨ। ਗੁਰਦੇਵ ਨੇ ਬਾਣੀ ਦੇ ਵਿੱਚ ਜ਼ਿਕਰ ਕੀਤਾ ਹੈ। ਗੁਰਦੇਵ ਕਹਿੰਦੇ ਨੇ ਜਿਵੇਂ ਕੁੱਕਰ ਦੀ ਪੂਛ ਸਿੱਧੀ ਨਾ ਹੋਈ, ਇਵੇਂ ਮਨ ਦੀਆਂ ਪ੍ਰਵਿਰਤੀਆਂ ਨੂੰ ਸਾਧਣਾ, ਮਨ ਦੀਆਂ ਬਦਫੈਲੀਆਂ ਨੂੰ ਸਾਧਣਾ ਬੜਾ ਕਠਿਨ ਅਤੇ ਬੜਾ ਔਖਾ ਹੈ। ਪਹਿਲੀ ਉਦਾਹਰਨ ਕੁੱਕਰ ਦੀ ਪੂਛ ਦੀ ਹੈ। ਸਵਾਨ ਪੂਛ ਜਿਉ ਭਇਓ ਨਾ ਸੂਧੋ। ਸਵਾਨ ਕਹਿੰਦੇ ਨੇ ਕੁੱਕਰ ਨੂੰ, ਕੁੱਤੇ ਨੂੰ। ਸਵਾਨ ਪੂਛ ਜਿਉ ਭਇਓ ਨਾ ਸੂਧੋ। ਸੂਧੋ ਕਹਿੰਦੇ ਨੇ ਸਿੱਧਾ। ਸਵਾਨ ਪੂਛ ਜਿਉ ਭਇਓ ਨਾ ਸੂਧੋ। ਯਤਨ ਬਹੁਤ ਮੈਂ ਕੀਨੋ। ਬੜੇ ਯਤਨ ਕੀਤੇ, ਯਤਨ ਬਹੁਤ ਕੀਤੇ ਕਿ ਮਨ ਦੀਆਂ ਮੰਦ ਪ੍ਰਵਿਰਤੀਆਂ ਸਿੱਧੀਆਂ ਹੋ ਜਾਣ, ਸੁਧਰ ਜਾਣ, ਪਰ ਕਹਿੰਦੇ ਦੁਬਾਰਾ ਫੇਰ ਉੱਥੇ ਆ ਟਿਕਦੀਆਂ ਹਨ। ਸਵਾਨ ਪੂਛ ਜਿਉ ਭਇਓ ਨਾ ਸੂਧੋ। ਯਤਨ ਬਹੁਤ ਮੈਂ ਕੀਨੋ। ਨਾਨਕ ਲਾਜ ਬਿਰਦ ਕੀ ਰਾਖੋ। ਕਹਿੰਦੇ ਹੁਣ ਤੇ ਅਸੀਂ ਇਹੀ ਕਹਿ ਸਕਦੇ ਹਾਂ, ਹੇ ਨਾਨਕ ਤੂੰ ਹੀ ਸਾਡੀ ਇੱਜ਼ਤ ਰੱਖ। ਤੇਰਾ ਬਿਰਦ ਹੀ ਹੈ, ਤੇਰਾ ਸੁਭਾਅ ਹੀ ਹੈ ਅਵਗਣ ਵਾਰਿਆਂ ਨੂੰ ਬਖਸ਼ਣਾ, ਤੇਰਾ ਸੁਭਾਅ ਹੀ ਹੈ ਗੁਨਾਹਗਾਰਾਂ ਨੂੰ ਮਾਫ ਕਰ ਦੇਣਾ। ਨਾਨਕ ਲਾਜ ਬਿਰਦ ਕੀ ਰਾਖੋ। ਨਾਮ ਤੁਮਹਾਰੋ ਲੀਨੋ। ਸੋ ਮੈਂ ਬੇਨਤੀ ਕਰ ਰਿਹਾ ਸਾਂ, ਮਨ ਦੀਆਂ ਚੰਗੀਆਂ ਪ੍ਰਵਿਰਤੀਆਂ ਦਾ ਜ਼ਿਕਰ ਵੀ ਹੈ ਬਾਣੀ ਦੇ ਅੰਦਰ।
ਮਨ ਦੀਆਂ ਮਾੜੀਆਂ ਪ੍ਰਵਿਰਤੀਆਂ ਦਾ ਜ਼ਿਕਰ ਵੀ ਹੈ, ਮੈਂ ਮਾੜੀਆਂ ਦਾ ਜ਼ਿਕਰ ਕਰ ਰਿਹਾ। ਉਦਾਹਰਨਾਂ ਦੁਆਰਾ ਗੁਰਦੇਵ ਨੇ ਕਿਹਾ, ਕਹਿੰਦੇ ਮਨ ਦੀ ਪ੍ਰਵਿਰਤੀ ਇਸ ਤਰ੍ਹਾਂ ਦੀ ਹੈ ਜਿਵੇਂ ਕੁੱਤੇ ਦੀ ਪੂਛ ਹੈ। ਦੂਜੀ ਉਦਾਹਰਨ ਸਤਿਗੁਰ ਨੇ ਬਾਣੀ 'ਚ ਦਿੱਤੀ, ਕਹਿਣ ਲੱਗੇ ਸੱਚੇ ਪਾਤਸ਼ਾਹ ਮਹਾਰਾਜ, ਮਨ ਖੁੱਟ ਹਰ ਤੇਰਾ ਕਿਆ ਬਿਸਾਸਾ। ਮਨ ਖੁੱਟਹਰ, ਖੁੱਟਹਰ ਕਹਿੰਦੇ ਨੇ ਖੋਤੇ ਨੂੰ। ਕਹਿੰਦੇ ਮਨਾ, ਤੇਰੀ ਪ੍ਰਵਿਰਤੀ, ਤੇਰੀ ਬਦਫੈਲੀ ਖੋਤੇ ਦੇ ਵਰਗੀ ਹੈ। ਖੋਤੇ ਦੀ ਉਦਾਹਰਨ ਸਤਿਗੁਰ ਨੇ ਕਿਉਂ ਦਿੱਤੀ? ਕਿਉਂਕਿ ਮਨ ਦੀ ਪ੍ਰਵਿਰਤੀ ਨੂੰ ਸਤਿਗੁਰੂ ਜੀ ਖੋਤੇ ਦੀ ਉਦਾਹਰਨ ਦੇ ਦੁਆਰਾ ਸਾਡੇ ਸਾਹਮਣੇ ਰੱਖਣਾ ਚਾਹੁੰਦੇ ਨੇ। ਮਨ ਖੁੱਟਹਰ ਤੇਰਾ ਕਿਆ ਬਿਸਾਸਾ, ਖਰ ਕਾ ਪੈਖਰ ਤੋ ਛੁਟੈ, ਜੋ ਉਪਰ ਲਾਦਾ। ਕਦੀ ਖੋਤਾ ਵਾਹੁਣ ਵਾਲਿਆਂ ਨੂੰ ਵੇਖਿਓ, ਉਹ ਓਨੀ ਦੇਰ ਤੱਕ ਹੀ ਖੋਤਾ ਜਿਹੜਾ ਹੈ ਟਿਕਾ ਦੇ ਵਿੱਚ ਰਹਿੰਦਾ, ਉਹਦੇ ਨਾਲ ਦੋ ਕਰਮ ਕੀਤੇ ਜਾਂਦੇ ਨੇ। ਜਾਂ ਤਾਂ ਉਹਦੇ ਸਰੀਰ ਤੇ ਭਾਰ ਲੱਦਿਆ ਜਾਂਦਾ, ਫਿਰ ਨਹੀਂ ਉਹ ਦੁਲੱਤੀਆਂ ਮਾਰਦਾ, ਤੇ ਜਾਂ ਫਿਰ ਉਸ ਨੂੰ ਖੋਤੇ ਨੂੰ ਵਾਹੁਣ ਵਾਲਾ ਕੀ ਕਰਦਾ, ਉਹਦੇ ਪੈਰ ਦੇ ਵਿੱਚ ਪੈਖੜ ਪਾ ਦਿੰਦਾ। ਇੱਕ ਰੱਸੀ ਦਾ ਇੱਕ ਸਿਰਾ ਉਹਦੇ ਅਗਲੇ ਪੈਰ ਨਾਲ ਬੰਨ੍ਹ ਦਿੰਦਾ, ਤੇ ਰੱਸੀ ਦਾ ਇੱਕ ਸਿਰਾ ਉਹਦੇ ਪਿਛਲੇ ਪੈਰ ਨਾਲ ਬੰਨ੍ਹ ਦਿੰਦਾ। ਉਹਨੂੰ ਕਹਿੰਦੇ ਨੇ ਪੈਖੜ ਪਾ ਦੇਣਾ। ਕਹਿੰਦੇ ਖੋਤਾ ਤਾਂ ਹੀ ਟਿਕਾ ਕਰਦਾ ਜਾਂ ਤਾਂ ਉਹਦੇ ਤੇ ਭਾਰ ਲੱਦਿਆ ਜਾਏ, ਤੇ ਜਾਂ ਫਿਰ ਉਹਦੇ ਪੈਰਾਂ ਦੇ ਵਿੱਚ ਪੈਖਰ ਪਾ ਦਿੱਤਾ ਜਾਏ। ਕਹਿੰਦੇ ਮਨਾ ਤੇਰਾ ਵੀ ਹਾਲ ਕੁਝ ਇਸ ਤਰ੍ਹਾਂ ਦਾ, ਤੇਰੀਆਂ ਪ੍ਰਵਿਰਤੀਆਂ ਵੀ ਤਾਂ ਹੀ ਸੁਧਰ ਸਕਦੀਆਂ ਨੇ ਜਿਵੇਂ ਖੋਤਾ ਤਾਂ ਸੁਧਰਦਾ ਦੁਲੱਤੀਆਂ ਮਾਰਨੋਂ, ਜਾਂ ਤਾਂ ਉਹਦੇ ਤੇ ਖੋਤਾ ਵਾਹੁਣ ਵਾਲਾ ਭਾਰ ਲੱਦ ਦੇ, ਤੇ ਜਾਂ ਫਿਰ ਉਹਦੇ ਪੈਰ ਦੇ ਵਿੱਚ ਪੈਖਰ ਪਾ ਦੇ। ਤੇ ਜੇ ਕਿਤੇ ਪੈਖਰ ਨਾ ਪਾਇਆ, ਭਾਰ ਨਾ ਲੱਦਿਆ, ਤੇ ਉਹੀ ਖੋਤਾ ਦੁਲੱਤੀਆਂ ਮਾਰ ਮਾਰ ਕੇ ਪਿਛਵਾੜੇ ਦਾ ਬੁਰਾ ਹਾਲ ਕਰ ਦਿੰਦਾ ਹੈ। ਸੋ ਸਤਿਗੁਰ ਨੇ ਇਹ ਦੂਜੀ ਉਦਾਹਰਨ ਦਿੱਤੀ। ਗੁਰਦੇਵ ਕਹਿੰਦੇ ਮਨ ਖੁੱਟ ਹਰ, ਮਨਾ ਤੂੰ ਖੋਤੇ ਦੇ ਵਰਗਾ, ਤੇਰਾ ਕਿਆ ਬਿਸਾਸਾ। ਬਿਸਾਸਾ ਕਹਿੰਦੇ ਨੇ ਤੇਰਾ ਕੀ ਭਰੋਸਾ ਈ। ਜਿਵੇਂ ਖੋਤੇ ਦਾ ਕੋਈ ਭਰੋਸਾ ਨਹੀਂ ਨਾ, ਉਵੇਂ ਤੇਰਾ ਵੀ ਕੋਈ ਭਰੋਸਾ ਨਹੀਂ। ਜਿਵੇਂ ਖੋਤਾ ਪੈਖਰ ਤੋਂ ਬਿਨਾ ਹੋਏ, ਭਾਰ ਤੋਂ ਬਿਨਾ ਹੋਏ, ਉਹਨੇ ਕਦੋਂ ਦੁਲੱਤੀਆਂ ਮਾਰ ਦੇਣੀਆਂ, ਕੋਈ ਭਰੋਸਾ ਨਹੀਂ। ਮਾਲਕ ਨੂੰ ਦੁਲੱਤੀਆਂ ਮਾਰ ਦਿੰਦਾ ਹੈ। ਇਸੇ ਕਰਕੇ ਖੋਤਾ ਵਾਹੁਣ ਵਾਲਾ ਜਾਂ ਤੇ ਉਹਦੇ ਤੇ ਭਾਰ ਲੱਦ ਕੇ ਰੱਖਦਾ, ਤੇ ਜਾਂ ਭਾਰ ਲਾਉਂਦਾ ਤੇ ਪੈਰਾਂ ਦੇ ਵਿੱਚ ਪੈਖੜ ਪਾ ਦਿੰਦਾ। ਮਨਾ ਤੇਰਾ ਵੀ ਹਾਲ ਕੁਝ ਇਸ ਤਰ੍ਹਾਂ ਦਾ ਹੀ। ਮਨ ਖੁੱਟ ਹਰ ਤੇਰਾ ਕਿਆ ਬਿਸਾਸਾ, ਤੂੰ ਮਹਾ ਉਦਮਾਦਾ। ਮਹਾ ਉਦਮਾਦਾ, ਉਦਮਾਦਾ ਕਹਿੰਦੇ ਨੇ ਜਿਹੜਾ ਬਹੁਤ ਜ਼ਿਆਦਾ ਸ਼ਰਾਰਤੀ ਹੋਏ, ਬਹੁਤ ਜ਼ਿਆਦਾ ਨਟਖਟ ਹੋਏ, ਜੋ 1 ਮਿੰਟ ਵੀ ਟੇਕੇ ਨਾ ਬਹਿੰਦਾ ਹੋਏ। ਗੁਰਦੇਵ ਕਹਿੰਦੇ ਮਨ ਖੋਟੇ ਦੇ ਵਾਂਗੂ 1 ਮਿੰਟ ਵੀ ਟੇਕੇ ਬਹਿਣ ਵਾਲਾ ਨਹੀਂ। ਇਹਨੂੰ ਟਿਕਾਉਣ ਦੇ ਲਈ ਕੀ ਕਰਨਾ ਪਏਗਾ? ਖੋਤਾ ਵਾਹੁਣ ਵਾਲਾ ਕੀ ਕਰਦਾ ਹੈ? ਖਰ ਕਾ ਪੈਖਰ ਤੋ ਛੁਟੈ, ਜੋ ਉਪਰ ਲਾਦਾ। ਇਹਦੇ ਪੈਰਾਂ ਦੇ ਵਿੱਚ ਜਾਂ ਤੇ ਪੈਖੜ ਪਾ ਕੇ ਰੱਖੋ, ਤੇ ਜਾਂ ਫਿਰ ਇਹਦੇ ਉੱਪਰ ਭਾਰ ਪਾ ਕੇ ਰੱਖੋ, ਭਾਰ ਲੱਦ ਕੇ ਰੱਖੋ। ਭਾਵ ਇਹ ਮਨ ਦੀ ਮਨ ਪ੍ਰਵਿਰਤੀ ਦਾ, ਮੈਲੀ ਪ੍ਰਵਿਰਤੀ ਦਾ ਜ਼ਿਕਰ ਕੀਤਾ ਗੁਰਦੇਵ ਨੇ। ਸੋ 2 ਉਦਾਹਰਨਾਂ ਤੁਹਾਡੇ ਸਾਹਮਣੇ ਮੈਂ ਇਹ ਰੱਖੀਆਂ। ਸਤਿਗੁਰੂ ਪਵਿੱਤਰ ਬਾਣੀ ਅੰਦਰ ਮਨ ਦੀਆਂ ਮੰਦ ਪ੍ਰਵਿਰਤੀਆਂ ਦਾ ਜ਼ਿਕਰ ਵੀ ਕਰਦੇ ਹਨ, ਤੇ ਕਈ ਥਾਵਾਂ ਤੇ ਸਤਿਗੁਰੂ ਜੀ ਪਵਿੱਤਰ ਬਾਣੀ ਅੰਦਰ ਇਹ ਵੀ ਜ਼ਿਕਰ ਕਰਦੇ ਹਨ ਕਿ ਮਨ ਬੜਾ ਚੰਗਾ ਹੈ। ਮਨ ਦੇ ਚੰਗੇਪਨ ਨੂੰ ਬਿਆਨ ਕਰਨ ਲਈ ਵੀ ਸਤਿਗੁਰੂ ਜੀ ਨੇ ਪਵਿੱਤਰ ਬਾਣੀ ਅੰਦਰ ਕੁਝ ਉਦਾਹਰਨਾਂ ਸਾਡੇ ਲਈ ਵਰਤੀਆਂ ਹਨ ਕਿ ਫਲਾਣੇ ਦਾ ਮਨ ਫਲਾਣੇ ਦੇ ਵਰਗਾ ਹੈ। ਜਿਵੇਂ ਬਾਬਾ ਕਬੀਰ ਸਾਹਿਬ ਜੀ ਦੀ ਬਾਣੀ ਪੜ੍ਹੀਏ, ਬਾਬਾ ਕਬੀਰ ਸਾਹਿਬ ਜੀ ਆਪਣੀ ਬਾਣੀ ਦੇ ਅੰਦਰ ਜ਼ਿਕਰ ਕਰਦੇ ਨੇ, ਕਹਿੰਦੇ ਮੇਰਾ ਮਨ ਉਵੇਂ ਦਾ ਹੋ ਗਿਆ ਹੈ ਜਿਵੇਂ ਗੰਗਾ ਦਾ ਪਾਣੀ।
ਕਬੀਰ ਮਨ ਨਿਰਮਲ ਪਿਆ, ਜੈਸਾ ਗੰਗਾ ਨੀਰ। ਜਿਵੇਂ ਸਨਾਤਨ ਧਰਮ ਦੇ ਅੰਦਰ ਗੰਗਾ ਦੇ ਪਾਣੀ ਨੂੰ ਬੜਾ ਪਵਿੱਤਰ, ਬੜਾ ਸਾਫ਼ ਮੰਨਿਆ ਜਾਂਦਾ ਹੈ, ਗੁਣਕਾਰੀ ਮੰਨਿਆ ਜਾਂਦਾ ਹੈ। ਬਾਬਾ ਕਬੀਰ ਸਾਹਿਬ ਕਹਿੰਦੇ ਮੇਰਾ ਮਨ ਗੰਗਾ ਦੇ ਪਾਣੀ ਵਾਂਗੂ ਪਵਿੱਤਰ ਤੇ ਗੁਣਕਾਰੀ ਹੋ ਗਿਆ। ਕਬੀਰ ਮਨ ਨਿਰਮਲ ਭਇਆ, ਜੈਸਾ ਗੰਗਾ ਨੀਰ। ਗੰਗਾ ਦੇ ਪਾਣੀ ਵਰਗਾ। ਹੁਣ ਇਹ ਮਨ ਦੀ ਚੰਗੀ ਪ੍ਰਵਿਰਤੀ ਦਾ ਜ਼ਿਕਰ ਹੈ, ਇਹ ਮਨ ਦੀ ਵਧੀਆ ਪ੍ਰਵਿਰਤੀ ਦਾ ਜ਼ਿਕਰ ਹੈ। ਸੋ ਅੱਜ ਦੇ ਬਚਨ ਅੰਦਰ ਵੀ ਸਤਿਗੁਰੂ ਗੁਰੂ ਨਾਨਕ ਸਾਹਿਬ ਮਨ ਦੀ ਇੱਕ ਪ੍ਰਵਿਰਤੀ, ਮਨ ਦੇ ਇੱਕ ਸੁਭਾਅ ਦਾ ਜ਼ਿਕਰ ਕਰਦੇ ਨੇ। ਕਿਹੜੇ ਦਾ? ਗੁਰਦੇਵ ਆਖਦੇ ਨੇ ਮਨ ਪਰਦੇਸੀ ਜੇ ਥੀਐ। ਅੱਜ ਦਾ ਬਚਨ ਜਿਹੜਾ ਅਸੀਂ ਵਿਚਾਰ ਰਹੇ ਹਾਂ, ਮਨ ਪਰਦੇਸੀ ਜੇ ਥੀਐ, ਸਭ ਦੇਸ਼ ਪਰਾਇਆ। ਜਿਵੇਂ ਕੋਈ ਬੰਦਾ, ਇਹ ਇੱਕ ਉਦਾਹਰਨ ਹੈ ਜਿਹੜੀ ਇਹਦੇ 'ਚ ਦਿੱਤੀ ਮਨ ਦੀ ਪ੍ਰਵਿਰਤੀ ਨੂੰ ਦੱਸਣ ਵਾਸਤੇ। ਜਿਵੇਂ ਕੋਈ ਬੰਦਾ ਆਪਣਾ ਦੇਸ਼ ਛੱਡ ਕੇ, ਆਪਣਾ ਘਰ ਛੱਡ ਕੇ ਕਿਸੇ ਦੂਜੀ ਥਾਂ ਤੇ ਜਾਂਦਾ ਹੈ ਤੇ ਉਹਦੇ ਲਈ ਉੱਥੇ ਸਾਰੇ ਹੀ ਬੇਗਾਨੇ ਹੁੰਦੇ ਨੇ, ਉਹਦਾ ਕੋਈ ਆਪਣਾ ਨਹੀਂ ਹੁੰਦਾ। ਉਹਦੇ ਲਈ ਉਹ ਸਾਰੇ ਬੇਗਾਨੇ ਨੇ, ਸਾਰੇ ਨਵੇਂ ਨੇ, ਸਾਰੇ ਅਣਪਛਾਤੇ ਨੇ। ਗੁਰਦੇਵ ਨੇ ਉਹਦੀ ਉਦਾਹਰਨ ਦਿੱਤੀ, ਕਹਿੰਦੇ ਜਿਵੇਂ ਇੱਕ ਪਰਦੇਸੀ ਆਪਣੇ ਘਰ ਨੂੰ ਛੱਡ ਕੇ ਕਿਸੇ ਦੂਜੇ ਦੇਸ਼ ਗਿਆ, ਉਹਦੇ ਲਈ ਉੱਥੇ ਸਾਰੇ ਬੇਗਾਨੇ ਨੇ, ਪਰਾਏ ਨੇ। ਇਵੇਂ ਹੀ ਮਨਾ, ਜਦੋਂ ਤੂੰ ਇਸ ਸਰੀਰ ਰੂਪੀ ਘਰ ਨੂੰ ਛੱਡ ਕੇ ਕਿਤੇ ਬਾਹਰ ਜਾਏਗਾ ਤੇ ਦੂਜੇ ਤੇਰੇ ਲਈ ਸਾਰੇ ਦੇ ਸਾਰੇ ਕੀ ਨੇ? ਪਰਾਏ ਨੇ, ਬੇਗਾਨੇ ਨੇ। ਜਿਵੇਂ ਪਰਾਏ ਕਿਸੇ ਦਾ ਦੁੱਖ ਨਹੀਂ ਸੁਣਦੇ, ਪਰਾਇਆਂ ਦੇ ਨਾਲ ਕਿਤੇ ਪਿਆਰ ਮੁਹੱਬਤ ਨਹੀਂ ਪੈਂਦੀ, ਪਰਾਇਆਂ ਦੇ ਅੱਗੇ ਆਪਣੇ ਦਿਲ ਦੇ ਦੁੱਖ ਫੋਲੇ ਨਹੀਂ ਜਾਂਦੇ, ਇਵੇਂ ਸਤਿਗੁਰੂ ਜੀ ਇੱਥੇ ਜ਼ਿਕਰ ਕਰਦੇ। ਇਹ ਇੱਕ ਮਨ ਦੀ ਪ੍ਰਵਿਰਤੀ ਦਾ ਜ਼ਿਕਰ ਕਰਦੇ। ਗੁਰਦੇਵ ਜ਼ਿਕਰ ਕਰਦੇ ਮਨ ਪਰਦੇਸੀ ਜੇ ਥੀਐ। ਜਿਵੇਂ ਮਨ ਪਰਦੇਸੀ ਵਰਗਾ ਹੋ ਗਿਆ। ਜਿਵੇਂ ਪਰਦੇਸੀ ਆਪਣੇ ਘਰ ਨੂੰ ਛੱਡ ਕੇ ਕਿਤੇ ਦੂਰ ਗਿਆ, ਉਹਦੇ ਲਈ ਕੀ ਹੁੰਦਾ ਹੈ? ਸਭ ਦੇਸ਼ ਪਰਾਇਆ। ਉਹਦੇ ਲਈ ਆਪਣੇ ਵੀ ਪਰਾਏ ਹੋ ਗਏ, ਕਿਉਂਕਿ ਉਹਦੇ ਤੋਂ ਦੂਰ ਹੋ ਗਏ। ਤੇ ਜਿੱਥੇ ਉਹ ਆਇਆ ਉਹ ਨਵੀਂ ਜਗ੍ਹਾ ਹੈ ਤੇ ਉੱਥੇ ਵੀ ਸਾਰੇ ਉਹਦੇ ਲਈ ਕੀ ਨੇ? ਪਰਾਏ ਹੋ ਗਏ। ਕਹਿੰਦੇ ਗੁਰਦੇਵ ਮਨਾ, ਤੂੰ ਇਸ ਸਰੀਰ ਰੂਪੀ ਘਰ ਨੂੰ ਛੱਡ ਕੇ ਜਦੋਂ ਬਾਹਰ ਜਾਂਦਾ ਹੈ ਤਾਂ ਤੇਰੇ ਲਈ ਸਰੀਰ ਰੂਪੀ ਘਰ ਵੀ ਪਰਾਇਆ ਹੋ ਜਾਂਦਾ ਹੈ, ਤੇ ਜਿੱਥੇ ਤੂੰ ਜਾਂਦਾ ਉਹ ਵੀ ਤੇਰੇ ਲਈ ਪਰਾਏ ਹੁੰਦੇ ਨੇ। ਇਹ ਮਨ ਦੀ ਇੱਕ ਪ੍ਰਵਿਰਤੀ ਹੈ। ਤਾਂ ਹੀ ਬਾਣੀ ਵਿੱਚ ਵਾਰ-ਵਾਰ ਆਖਿਆ ਗਿਆ ਇਸ ਮਨ ਨੂੰ ਟਿਕਾ, ਇਸ ਮਨ ਨੂੰ ਇੱਕ ਟਿਕਾਣੇ ਤੇ ਲੈ ਕੇ ਆ। ਬਾਣੀ 'ਚ ਵਾਰ-ਵਾਰ ਜ਼ਿਕਰ ਹੈ। ਬਾਣੀ ਕਹਿੰਦੀ ਹੈ ਮਨ ਰੇ ਥਿਰ ਰਹੋ। ਮਨ ਰੇ ਥਿਰ, ਥਿਰ ਦਾ ਮਤਲਬ ਹੈ ਇੱਕ ਜਗ੍ਹਾ ਤੇ ਟਿਕ, ਭਟਕ ਨਾ। ਮਨ ਰੇ ਥਿਰ ਰਹੋ, ਮਤ ਕਤ ਜਾਹੀ ਜੀਓ। ਮਤਾ ਕਿਤੇ ਦੂਸਰੀ ਜਗ੍ਹਾ ਤੇ ਜਾ। ਇਹ ਬਾਣੀ ਦਾ ਉਪਦੇਸ਼ ਹੈ। ਮਨ ਰੇ ਥਿਰ ਰਹੋ, ਮਤ ਕਤ ਜਾਹੀ ਜੀਓ। ਕਿਉਂ ਆਖਿਆ? ਇੱਕ ਜਗ੍ਹਾ ਤੇ ਟਿਕ, ਬਾਹਰ ਨਾ ਜਾ। ਕਿਉਂ ਆਖਿਆ? ਗੁਰਦੇਵ ਉਹਦਾ ਕਾਰਨ ਵੀ ਦੱਸਦੇ ਨੇ। ਕਹਿੰਦੇ ਬਾਹਰ ਢੂੰਡਤ, ਜਿਸ ਚੀਜ਼ ਨੂੰ ਤੂੰ ਬਾਹਰ ਲੱਭ ਰਿਹਾ ਨਾ, ਢੂੰਡ ਰਿਹਾ, ਬਾਹਰ ਢੂੰਡਤ ਬਹੁਤ ਦੁੱਖ ਪਾਵੇਂ। ਤੂੰ ਦੁਖੀ ਹੋਏਗਾ, ਮਿਲੇਗਾ ਕੁਛ ਨਹੀਂ, ਹਾਸਲ ਕੁਝ ਨਹੀਂ ਹੋਏਗਾ, ਦੁਖੀ ਹੋਏਗਾ। ਘਰ ਅੰਮ੍ਰਿਤ ਘਟ ਮਾਹੀ ਜੀਓ। ਇਸ ਸਰੀਰ ਰੂਪੀ ਘਰ ਦੇ ਵਿੱਚ ਹੀ ਅੰਮ੍ਰਿਤ ਹੈ। ਇਸ ਸਰੀਰ ਰੂਪੀ ਘਰ ਵਿੱਚ ਟਿਕ ਕੇ ਹੀ ਅੰਮ੍ਰਿਤ ਦੀ ਭਾਲ ਕਰ, ਲੱਭ। ਸੋ ਅੱਜ ਦੇ ਬਚਨ ਅੰਦਰ ਵੀ ਇਹੀ ਜ਼ਿਕਰ ਆ ਰਿਹਾ। ਗੁਰਦੇਵ ਕਹਿੰਦੇ ਮਨ ਪਰਦੇਸੀ ਜੇ ਥੀਐ,
सब देश पराया। जिवें परदेसी बंदा घरों दूर चला जाए, घर दे भी उहदे लई पराए हो जांदे ने, ਉਹਦੀ ਦੁੱਖ ਤਕਲੀਫ ਨਹੀਂ ਸੁਣ ਸਕਦੇ, ਤੇ ਜਿੱਥੇ ਜਾਂਦਾ ਉਹ ਲੋਕ ਨਵੇਂ ਹੁੰਦੇ ਨੇ, ਉਹਨੂੰ ਜਾਣਦੇ ਨਹੀਂ, ਉਹ ਵੀ ਉਹਦੀ ਦੁੱਖ ਤਕਲੀਫ ਨਹੀਂ ਸੁਣ ਸਕਦੇ। ਗੁਰਦੇਵ ਕਹਿੰਦੇ ਮਨਾ ਤੇਰਾ ਹਾਲ ਵੀ ਪਰਦੇਸੀ ਬੰਦੇ ਦੇ ਵਰਗਾ ਹੋ ਗਿਆ ਹੈ। ਜਿਵੇਂ ਪਰਦੇਸੀ ਬੰਦਾ ਨਾ ਘਰਦਿਆਂ ਨੂੰ ਦੁੱਖ ਸੁਣਾ ਸਕਦਾ, ਨਾ ਘਰ ਦੇ ਦੁੱਖ ਸੁਣ ਸਕਦੇ ਨੇ। ਜਿੱਥੇ ਨਵੀਂ ਜਗ੍ਹਾ ਤੇ ਗਿਆ ਬੰਦੇ ਨਵੇਂ ਨੇ, ਨਾ ਉਹਨਾਂ ਨੂੰ ਦੁੱਖ ਸੁਣਾ ਸਕਦਾ, ਨਾ ਉਹ ਦੁੱਖ ਸੁਣ ਸਕਦੇ ਨੇ, ਕਿਉਂਕਿ ਉਹਨੂੰ ਜਾਣਦੇ ਨਹੀਂ। ਮਨਾ ਤੇਰਾ ਹਾਲ ਵੀ ਪਰਦੇਸੀ ਦੇ ਵਰਗਾ ਹੈ। ਇਸੇ ਕਰਕੇ ਗੁਰਦੇਵ ਅੱਗੇ ਜ਼ਿਕਰ ਕਰਦੇ ਨੇ, ਮਨ ਪਰਦੇਸੀ ਜੇ ਥੀਐ ਸਭ ਦੇਸ਼ ਪਰਾਇਆ, ਕਿਸ ਪੈ ਖੋਲੋ ਗੰਠੜੀ। ਕਿਸ ਪੈ ਖੋਲੋ ਗੰਠੜੀ। ਗੰਠੜੀ ਦਾ ਮਤਲਬ ਹੈ ਜਿਹੜੀ ਗੰਢ ਵੱਜੀ ਹੋਈ ਹੈ। ਪਹਿਲਾਂ ਪਰਿਵਾਰ 'ਚ ਰਹਿੰਦਾ ਸੀ, ਆਪਣਿਆਂ ਨਾਲ ਰਹਿੰਦਾ ਸੀ ਪਰਦੇਸੀ, ਬਾਪ ਨਾਲ ਦੁੱਖ ਸਾਂਝਾ ਕਰ ਲੈਂਦਾ ਸੀ, ਮਾਂ ਨਾਲ ਦੁੱਖ ਸਾਂਝਾ ਕਰ ਲੈਂਦਾ ਸੀ, ਭਰਾ ਨਾਲ ਦੁੱਖ ਸਾਂਝਾ ਕਰ ਲੈਂਦਾ ਸੀ, ਘਰਵਾਲੀ ਨਾਲ ਦੁੱਖ ਸਾਂਝਾ ਕਰ ਲੈਂਦਾ ਸੀ, ਬੱਚਿਆਂ ਨਾਲ ਦੁੱਖ ਸਾਂਝਾ ਕਰ ਲੈਂਦਾ ਸੀ। ਪਰ ਅੱਜ ਘਰ ਛੱਡ ਕੇ ਪਰਦੇਸ ਚਲਾ ਗਿਆ, ਹੁਣ ਕਿਹਦੇ ਅੱਗੇ ਰੋਣਾ ਰੋਵੇ? ਕਿਉਂਕਿ ਜਿੱਥੇ ਗਿਆ ਉਹ ਸਾਰੇ ਨਵੇਂ ਨੇ ਤੇ ਘਰਦਿਆਂ ਦੇ ਕੋਲ ਪਹੁੰਚਣ ਦੀ ਹਿੰਮਤ ਨਹੀਂ। ਸਤਿਗੁਰੂ ਜੀ ਕਹਿੰਦੇ ਇਹੀ ਮਨ ਦੀ ਹਾਲ ਹੈ, ਇਹੀ ਮਨ ਦੇ ਹਾਲਾਤ ਨੇ। ਕਿਸ ਪੈ ਖੋਲੋ ਗੰਠੜੀ। ਕਿਹਦੇ ਕੋਲ ਮਨ ਜਿਹੜਾ ਆਪਣੇ ਅੰਦਰ ਦੀ ਦੁੱਖਾਂ ਦੀ ਗੰਠੜੀ ਨੂੰ ਖੋਲੇ। ਦੁਖੀ ਪਰ ਆਇਆ, ਮਨ ਦੁੱਖਾਂ ਨਾਲ ਭਰਿਆ ਪਿਆ। ਸਾਰੇ ਨਵੇਂ ਨੇ, ਬੇਗਾਨੇ ਨੇ, ਤੇ ਬੇਗਾਨਿਆਂ ਦੇ ਅੱਗੇ ਦੁੱਖ ਕਿਵੇਂ ਰੋਵੇ? ਕਿਹਨੂੰ ਆਪਣੇ ਦਿਲ ਦਾ ਹਾਲ ਸੁਣਾਵੇ? ਕਿਸ ਪੈ ਖੋਲੋ ਗੰਠੜੀ, ਦੁਖੀ ਪਰ ਆਇਆ, ਦੁਖੀ ਪਰ ਆਇਆ, ਜਗਤ ਸਬਾਇਆ। ਕਹਿੰਦੇ ਇਹ ਇੱਕ ਬੰਦੇ ਦਾ ਹਾਲ ਨਹੀਂ, ਇਹ ਪ੍ਰਵਿਰਤੀ ਦੁਨੀਆ ਦੇ ਵਿੱਚ ਸਾਰੇ ਹੀ ਸੰਸਾਰ ਵਿੱਚ ਸਾਰੇ ਬੰਦਿਆਂ 'ਚ ਹੈ। ਦੁਖੀ ਪਰ ਆਇਆ, ਜਗਤ ਸਬਾਇਆ। ਜਗਤ ਸਬਾਇਆ ਦਾ ਮਤਲਬ ਹੈ ਸਾਰਾ ਸੰਸਾਰ। ਇਸ ਪ੍ਰਵਿਰਤੀ ਨਾਲ, ਜਿਹੜੀ ਪ੍ਰਵਿਰਤੀ ਦਾ ਜ਼ਿਕਰ ਗੁਰੂ ਨਾਨਕ ਸਾਹਿਬ ਇੱਥੇ ਕਰ ਰਹੇ ਨੇ, ਇਹ ਪ੍ਰਵਿਰਤੀ ਇੱਕ ਬੰਦੇ 'ਚ ਨਹੀਂ, ਦੁਨੀਆ ਦੇ ਹਰ ਇੱਕ ਬੰਦੇ 'ਚ ਹੈ। ਕਿ ਉਹਨੂੰ, ਉਹ ਪਰਦੇਸੀ ਵਰਗਾ ਹੈ, ਉਹ ਕਿਹਦੇ ਅੱਗੇ ਆਪਣਾ ਦੁੱਖ ਰੋਵੇ, ਕਿਹਦੇ ਅੱਗੇ ਆਪਣੇ ਦੁੱਖ ਨੂੰ ਜ਼ਾਹਰ ਕਰੇ। ਦੁਖੀ ਪਰ ਆਇਆ, ਜਗਤ ਸਬਾਇਆ, ਕੌਣ ਜਾਣੈ ਬਿਦ ਮੇਰੀਆ। ਕੌਣ ਮੇਰੀ ਬਿਦ ਨੂੰ, ਮੇਰੇ ਹਾਲਤ ਨੂੰ ਜਾਣੇ ਕੌਣ, ਮੇਰੇ ਦੁੱਖ ਨੂੰ ਸੁਣੇ ਕੌਣ? ਕਿਉਂਕਿ ਸਾਰੇ ਤੇ ਨਵੇਂ ਨੇ, ਕੋਈ ਤੇ ਮੇਰਾ ਨਹੀਂ। ਕੌਣ ਜਾਣੈ ਬਿਦ ਮੇਰੀਆ, ਆਮਣੇ ਜਾਮਣੇ ਖਰੇ ਡਰਾਵਣੇ। ਜਿਹਦੇ ਕੋਲ ਵੀ ਆਉਂਦਾ ਹੈ, ਜਿਹਦੇ ਕੋਲ ਵੀ ਜਾਂਦਾ ਹੈ, ਖਰੇ ਡਰਾਵਣੇ। ਹਰ ਕਿਸੇ ਦੇ ਕੋਲੋਂ ਡਰ ਲੱਗਦਾ ਕਿ ਇਹਨੂੰ ਮਨਾ, ਇਹਨੂੰ ਦੱਸ ਤਾਂ ਦੇਵਾਂ, ਕਿਤੇ ਕੱਲ ਨੂੰ ਇਹਨੂੰ ਮੇਰੀ ਕਮਜ਼ੋਰੀ ਦਾ ਪਤਾ ਲੱਗ ਗਿਆ ਤੇ ਇਹ ਉਸ ਕਮਜ਼ੋਰੀ ਦਾ ਲਾਭ ਉਠਾ ਕੇ ਮੇਰਾ ਕਿਤੇ ਨੁਕਸਾਨ ਹੀ ਨਾ ਕਰਦਾ। ਮਨ 'ਚ ਇੱਕ ਡਰ ਹੈ। ਤਾਂ ਗੁਰਦੇਵ ਕਹਿੰਦੇ ਜਿਵੇਂ ਪਰਦੇਸੀ ਬੰਦਾ ਕਿਸੇ ਨੂੰ ਆਪਣਾ ਹਾਲ ਨਹੀਂ ਦੱਸ ਸਕਦਾ, ਕਿਉਂਕਿ ਉਹ ਕਿਸੇ ਨੂੰ ਜਾਣਦਾ ਨਹੀਂ। ਕੀ ਪਤਾ ਬੰਦਾ ਕਿਵੇਂ ਦਾ, ਇਹਦੇ ਕੋਲ ਗੱਲ ਕਰਾਂ ਕਿ ਨਾ ਕਰਾਂ। ਗੁਰਦੇਵ ਕਹਿੰਦੇ ਇਹੀ ਹਾਲ ਬੰਦੇ ਦੇ ਮਨ ਦਾ ਹੈ। ਇਹ ਕਿਹਦੇ ਕੋਲ ਆਪਣਾ ਰੋਣਾ ਰੋਵੇ, ਕਿਹਦੇ ਕੋਲ ਆਪਣਾ ਤਰਲਾ ਲਵੇ, ਕਿਹਦੇ ਕੋਲ ਆਪਣੇ ਦੁੱਖ ਬਿਆਨ ਕਰੇ। ਹਰ ਕਿਸੇ ਦੇ ਕੋਲੋਂ ਇਹਨੂੰ ਡਰ ਲੱਗਦਾ ਹੈ। ਆਵਣੇ ਜਾਵਣੇ ਖਰੇ ਡਰਾਵਣੇ, ਟੋਟ ਨਾ ਆਵੇ ਫੇਰੀਆ। ਤੇ ਜਿਵੇਂ ਬੰਦਾ ਦੁੱਖਾਂ ਦਾ ਭਰਿਆ ਹੋਇਆ, ਜਿੱਥੇ ਉਹਦਾ ਕੋਈ ਦੁੱਖ ਸੁਣਨ ਲਈ ਨਾ ਹੋਵੇ, ਫਿਰ ਉਹ ਇੱਧਰ ਉੱਧਰ ਭੱਜਦਾ। ਉਹਦੀ ਭਾਲ ਜਿਹੜੀ ਹੈ ਹੋਰ ਜ਼ਿਆਦਾ ਤੇਜ਼ ਹੋ ਜਾਂਦੀ ਹੈ ਕਿ ਕੋਈ ਤੇ ਲੱਭੇ, ਕੋਈ ਤੇ ਮਿਲੇਗਾ। ਗੁਰਦੇਵ ਕਹਿੰਦੇ ਐਵੇਂ ਜਦੋਂ ਮਨ ਨੂੰ ਕੋਈ ਲੱਭਦਾ ਨਹੀਂ ਨਾ ਦੱਸਣ ਵਾਲਾ, ਤੇ ਇਹਦੀ ਫਿਰ ਭਾਲ ਤੇਜ਼ ਹੋ ਜਾਂਦੀ ਹੈ, ਇਹਦੀਆਂ ਫੇਰੀਆਂ, ਇਹਦੀਆਂ ਗੇੜੀਆਂ ਤੇਜ਼ ਹੋ ਜਾਂਦੀਆਂ ਨੇ। ਟੋਟ ਨਾ ਆਵੇ ਫੇਰੀਆ, ਨਾਮ ਵਿਹੂਣੇ
ਗੁਰਦੇਵ ਗੱਲ ਖਤਮ ਕਰਦੇ, ਕਹਿੰਦੇ ਸਾਰਾ ਕੁਝ ਤਾਂ ਹੋਇਆ ਕਿਉਂਕਿ ਮਨ ਜਿਹੜਾ ਹੈ ਉਹ ਨਾਮ ਤੋਂ ਵਿਹੂਣਾ ਹੈ, ਨਾਮ ਤੋਂ ਊਣਾ ਹੈ। ਨਾਮ ਵਿਹੂਣੇ ਮਨਾ ਤੂੰ ਨਾਮ ਤੋਂ ਵਿਹੂਣਾ ਹੈ, ਨਾਮ ਵਿਹੂਣੇ ਊਣੇ ਝੂਣੇ। ਊਣੇ ਦਾ ਮਤਲਬ ਹੈ ਘੱਟ ਭਰਿਆ ਹੋਇਆ, ਤੂੰ ਝੁਰ ਰਿਹਾ ਹੈ। ਨਾਮ ਤੋਂ ਬਿਨਾ ਮਨਾ ਤੂੰ ਊਣਾ ਹੈ ਤੇ ਤੂੰ ਝੁਰ ਰਿਹਾ ਹੈ। ਨਾਮ ਵਿਹੂਣੇ ਊਣੇ ਝੂਣੇ, ਨਾ ਗੁਰ ਸ਼ਬਦ ਸੁਣਾਇਆ ਤੇ ਨਾ ਹੀ ਤੂੰ ਗੁਰੂ ਦੇ ਸ਼ਬਦ ਨੂੰ ਸੁਣਿਆ। ਦੋ ਗੱਲਾਂ ਕਹੀਆਂ, ਇੱਕ ਕਿਹਾ ਗੁਰੂ ਦਾ ਸ਼ਬਦ, ਇੱਕ ਕਿਹਾ ਹੈ ਨਾਮ। ਮਨਾ ਨਾ ਤੇ ਤੂੰ ਗੁਰੂ ਦੇ ਸ਼ਬਦ ਨੂੰ ਹੀ ਸੁਣਿਆ ਤੇ ਨਾ ਹੀ ਤੂੰ ਨਾਮ ਨੂੰ ਸੁਣਿਆ। ਇਸੇ ਕਰਕੇ ਤੇਰੀ ਪ੍ਰਵਿਰਤੀ ਉਵੇਂ ਦੀ ਹੋ ਗਈ ਹੈ ਜਿਵੇਂ ਦੀ ਇੱਕ ਪਰਦੇਸੀ ਬੰਦੇ ਦੀ ਹੈ। ਜਿਵੇਂ ਪਰਦੇਸੀ ਬੰਦਾ ਘਰਾਂ ਤੋਂ ਵੀ ਗਿਆ ਤੇ ਜਿੱਥੇ ਗਿਆ ਤੇ ਉੱਥੇ ਵੀ ਉਹਦਾ ਕੋਈ ਦੁੱਖ ਸੁਣਨ ਵਾਲਾ ਨਹੀਂ। ਮਨਾ ਤੇਰਾ ਹਾਲ ਵੀ ਨਾਮ ਤੋਂ ਟੁੱਟ ਕੇ, ਗੁਰੂ ਦੇ ਸ਼ਬਦ ਤੋਂ ਟੁੱਟ ਕੇ ਪਰਦੇਸੀ ਵਰਗਾ ਹੋ ਗਿਆ ਕਿ ਹੁਣ ਤੂੰ ਦੁਖੜਾ ਰੋਏ ਤੇ ਰੋਏ ਕਿਹਦੇ ਕੋਲ? ਤੂੰ ਆਪਣੀ ਤਕਲੀਫ ਦੱਸੇ ਤੇ ਦੱਸੇ ਕਿਹਨੂੰ? ਗੁਰਦੇਵ ਕਹਿੰਦੇ ਨਾਮ ਵਿਹੂਣੇ ਊਣੇ ਝੂਣੇ, ਨਾ ਗੁਰ ਸ਼ਬਦ ਸੁਣਾਇਆ। ਮਨ ਪਰਦੇਸੀ ਜੇ ਥੀਐ, ਜੇ ਮਨ ਪਰਦੇਸੀ ਵਰਗਾ ਹੋ ਜਾਏ ਨਾ, ਸਭ ਦੇਸ਼ ਪਰਾਇਆ, ਫਿਰ ਕੋਈ ਵੀ ਆਪਣਾ ਨਜ਼ਰ ਨਹੀਂ ਆਉਂਦਾ। ਜਿਵੇਂ ਪਰਦੇਸੀ ਨੂੰ ਕੋਈ ਆਪਣਾ ਨਜ਼ਰ ਨਹੀਂ ਆ ਰਿਹਾ, ਸਾਰੇ ਉਹਦੇ ਲਈ ਬੇਗਾਨੇ ਹੀ ਬੇਗਾਨੇ ਨੇ, ਕੋਈ ਉਹਦਾ ਆਪਣਾ ਦੁੱਖ ਸੁਣਨ ਵਾਲਾ ਨਹੀਂ। ਗੁਰਦੇਵ ਕਹਿੰਦੇ ਇਹੀ ਹਾਲ ਬੰਦੇ ਦੇ ਮਨ ਦਾ ਹੈ। ਜੇ ਉਹ ਨਾਮ ਤੋਂ ਤੇ ਗੁਰੂ ਦੇ ਸ਼ਬਦ ਤੋਂ ਟੁੱਟ ਜਾਂਦਾ ਹੈ, ਨਾਮ ਤੇ ਗੁਰੂ ਦੇ ਸ਼ਬਦ ਨੂੰ ਛੱਡ ਜਾਂਦਾ ਹੈ, ਤਾਂ ਉਹਦਾ ਹਾਲ ਵੀ ਪਰਦੇਸੀ ਬੰਦੇ ਵਰਗਾ ਹੈ। ਕੋਈ ਉਹਦਾ ਦੁੱਖ ਸੁਣਨ ਵਾਲਾ ਨਹੀਂ, ਕੋਈ ਉਹਦੀ ਤਕਲੀਫ ਨੂੰ ਜਾਣਨ ਵਾਲਾ ਨਹੀਂ, ਕੋਈ ਉਹਦੇ ਦਰਦ ਦਾ ਨਿਵਾਰਕ ਦੇਣ ਵਾਲਾ ਨਹੀਂ। ਭਾਵ ਗੁਰੂ ਦੇ ਸ਼ਬਦ ਦਾ ਅੱਜ ਦਾ ਸਿੱਖਿਆਦਾਇਕ ਉਪਦੇਸ਼ ਸਾਨੂੰ ਇਹੀ ਹੈ ਕਿ ਅਸੀਂ ਆਪਣੇ ਮਨ ਨੂੰ ਸ਼ਬਦ ਦੇ ਨੇੜੇ ਕਰੀਏ, ਨਾਮ ਦੇ ਨੇੜੇ ਕਰੀਏ। ਨਾਮ ਅਤੇ ਗੁਰੂ ਦਾ ਸ਼ਬਦ ਮਨ ਦੀ ਉਸ ਪੀੜ ਨੂੰ ਸੁਣਦਾ ਹੈ ਜਿਸ ਪੀੜ ਨੂੰ ਦੁਨੀਆ ਦਾ ਕੋਈ ਵੀ ਬੰਦਾ ਸੁਣ ਨਹੀਂ ਸਕਦਾ, ਜਿਸ ਨੂੰ ਪੀੜ ਨੂੰ ਕੋਈ ਸੁਣ ਕੇ ਉਹਦਾ ਨਿਵਾਰਕ ਨਹੀਂ ਦੱਸ ਸਕਦਾ। ਇਹਦੇ ਬਾਰੇ ਸਾਡੇ ਇਤਿਹਾਸ ਵਿੱਚ ਇੱਕ ਸਾਖੀ ਵੀ ਬੜੀ ਪਿਆਰੀ ਆਉਂਦੀ ਹੈ, ਉਹ ਕਹਿ ਕੇ ਮੈਂ ਸਮਾਪਤੀ ਕਰਾਂਗਾ। ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਦੀ ਉਹ ਸਾਖੀ ਹੈ। ਕਹਿੰਦੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਬਹੁਤ ਦਿਨ ਆਪਣੇ ਘਰ ਵਿੱਚ ਮੰਜੇ ਤੇ ਲੇਟੇ ਰਹੇ, ਕੋਈ ਵੀ ਕੰਮ ਕਾਰ ਨਾ ਕੀਤਾ। ਮਾਂ ਵੀ ਪਰੇਸ਼ਾਨ ਤੇ ਬਾਪ ਵੀ ਪਰੇਸ਼ਾਨ। ਮਾਂ ਤਾਂ ਪਰੇਸ਼ਾਨ ਕਿ ਬੱਚੇ ਨੇ ਖਾਣਾ ਪੀਣਾ ਘੱਟ ਕਰ ਦਿੱਤਾ ਹੈ, ਸ਼ਾਇਦ ਇਸ ਨੂੰ ਸਰੀਰਕ ਕੋਈ ਦਿੱਕਤ ਹੋ ਗਈ ਹੈ। ਬਾਪ ਤਾਂ ਪਰੇਸ਼ਾਨ ਕਿ ਜਵਾਨ ਪੁੱਤ ਕੰਮ ਨਹੀਂ ਕਰ ਰਿਹਾ ਹੈ। ਦੋਵਾਂ ਦੇ ਅੰਦਰ ਦੀ ਹਾਲਤ ਇੱਕੋ ਜਿਹੀ। ਵੈਦ ਬੁਲਾਇਆ ਗਿਆ, ਵੈਦ ਨੇ ਆ ਕੇ ਗੁਰੂ ਨਾਨਕ ਸਾਹਿਬ ਦੀ ਨਬਜ਼ ਫੜੀ, ਨਬਜ਼ ਫੜ ਕੇ ਟੰਡੋਲਣ ਲੱਗਾ, ਵੇਖਣ ਲੱਗਾ ਤਾਂ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਉਸ ਘਰ 'ਚ ਆਏ ਹੋਏ ਵੈਦ ਨੂੰ ਉਪਦੇਸ਼ ਕਰਦੇ ਹਨ। ਕਹਿੰਦੇ ਗੁਰਦੇਵ ਮਹਾਰਾਜ ਵੈਦ ਬੁਲਾਇਆ ਵੈਦਗੀ, ਵੈਦ ਨੂੰ ਬਣਾਇਆ ਗਿਆ ਕਿ ਆ ਕੇ ਵੈਦਗੀ ਕਰ, ਦਵਾਈ ਦੇ। ਵੈਦ ਬੁਲਾਇਆ ਵੈਦਗੀ, ਪਕੜ ਟੰਡੋਲੇ ਬਾਹ ਫੜ ਕੇ ਤੇ ਟੰਡੋਲਣ ਲੱਗਾ, ਨਬਜ਼ ਵੇਖਣ ਲੱਗਾ ਕਿ ਮਰਜ਼ ਕੀ ਹੈ। ਪਰ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਹੱਸ ਕੇ ਕਹਿਣ ਲੱਗੇ, ਭੋਲਾ ਵੈਦ ਨਾ ਜਾਣਈ। ਇਹ ਵੈਦ ਵਿਚਾਰਾ ਭੋਲਾ ਹੈ, ਇਹਨੂੰ ਤੇ ਪਤਾ ਹੀ ਨਹੀਂ ਇਹ ਦੁੱਖ ਸਰੀਰ ਦਾ ਨਹੀਂ, ਇਹ ਦੁੱਖ ਕਿਹਦਾ ਹੈ? ਮਨ ਦਾ ਹੈ। ਸਰੀਰ ਦੇ ਦੁੱਖ ਨੂੰ ਤੇ ਨਬਜ਼ ਦੁਆਰਾ ਦੇਖਿਆ ਜਾ ਸਕਦਾ ਹੈ, ਨਬਜ਼ ਫੜ ਕੇ ਸਰੀਰ ਦੀ ਬਿਮਾਰੀ ਤੇ ਦੇਖੀ ਜਾ ਸਕਦੀ ਹੈ। ਜਿਹੜੀ ਬਿਮਾਰੀ ਮਨ ਨੂੰ ਲੱਗੀ ਹੈ ਉਹ ਨਬਜ਼ ਦੁਆਰਾ ਦੇਖੀ ਨਹੀਂ ਜਾ ਸਕਦੀ। ਮਨ ਦੀ ਨਬਜ਼
ਬੰਦਾ ਨਹੀਂ ਦੇਖ ਸਕਦਾ, ਮਨ ਦੀ ਨਬਜ ਨਾਮ ਤੇ ਗੁਰੂ ਹੀ ਦੇਖ ਸਕਦਾ। ਤਾਂ ਹੀ ਗੁਰਦੇਵ ਨੇ ਆਖਿਆ, ਵੈਦ ਬੁਲਾਇਆ ਵੈਦਗੀ ਪਕੜ ਟੰਡੋਲੇ ਬਾ, ਭੋਲਾ ਵੈਦ, ਵੈਦ ਭੋਲਾ ਅਣਜਾਣ ਹੈ, ਭੋਲਾ ਵੈਦ ਨਾ ਜਾਣਈ, ਇਹ ਜਾਣਦਾ ਨਹੀਂ। ਕਰਕ ਕਰੇ ਜੇ ਮਾਹੇ, ਕਰਕ ਕਹਿੰਦੇ ਨੇ ਬਿਮਾਰੀ ਨੂੰ, ਕਰਕ ਕਹਿੰਦੇ ਨੇ ਰੋਗ ਨੂੰ। ਕਹਿੰਦੇ ਰੋਗ ਤੇ ਮੇਰੇ ਮਨ ਦੇ ਅੰਦਰ ਹੈ, ਹਿਰਦੇ ਦੇ ਅੰਦਰ ਹੈ, ਸਰੀਰ ਨੂੰ ਨਹੀਂ ਲੱਗਾ। ਸੋ ਉਹ ਕਿਹੜਾ ਰੋਗ ਹੈ ਜਿਸ ਦਾ ਜ਼ਿਕਰ ਅੱਜ ਦੇ ਬਚਨ ਅੰਦਰ ਗੁਰੂ ਨਾਨਕ ਸਾਹਿਬ ਕਰ ਰਹੇ ਕਿ ਮਨਾ ਤੇਰੇ ਹਾਲਤ ਪਰਦੇਸੀ ਦੇ ਵਰਗੇ ਨੇ। ਜਿਵੇਂ ਪਰਦੇਸੀ ਘਰਦਿਆਂ ਤੋਂ ਦੂਰ ਹੋ ਗਿਆ, ਨਵੇਂ ਥਾਂ ਤੇ ਗਿਆ, ਉਹਨਾਂ ਲਈ ਬੇਗਾਨਾ ਹੋ ਗਿਆ। ਮਨਾ ਤੇਰੇ ਹਾਲ ਵੀ ਕੁਝ ਇਸ ਤਰ੍ਹਾਂ ਦੇ ਨੇ ਜਿਵੇਂ ਪਰਦੇਸੀ ਆਪਣਾ ਦੁੱਖ ਕਿਸੇ ਨੂੰ ਨਹੀਂ ਦੱਸ ਸਕਦਾ, ਨਾ ਘਰਦਿਆਂ ਨੂੰ ਨਾ ਬਾਹਰਦਿਆਂ ਨੂੰ। ਇਵੇਂ ਮਨਾ ਤੂੰ ਵੀ ਆਪਣਾ ਦੁੱਖ ਕਿਹਨੂੰ ਦੱਸ ਸਕਦਾ ਹੈ? ਤੇਰੇ ਲਈ ਸਾਰੇ ਬੇਗਾਨੇ ਹੋ ਗਏ। ਇਸੇ ਕਰਕੇ ਗੁਰਦੇਵ ਕਹਿੰਦੇ ਆਪਣਾ ਦੁੱਖ ਨਾਮ ਨੂੰ ਦੱਸ, ਆਪਣਾ ਦੁੱਖ ਗੁਰੂ ਨੂੰ ਦੱਸ। ਗੁਰੂ ਤੇਰੇ ਦੁੱਖ ਦਾ ਨਿਵਾਰਕ ਹੈ। ਦੁੱਖ ਭੰਜਨ ਤੇਰਾ ਨਾਮ ਜੀ, ਦੁੱਖ ਭੰਜਨ ਤੇਰਾ ਨਾਮ। 8 ਪਹਿਰ ਆਰਾਧੀ ਹੈ ਪੂਰਨ ਸਤਿਗੁਰ ਗਿਆਨ। ਸੋ ਹੋਈਆਂ ਭੁੱਲਾਂ ਗਲਤੀਆਂ ਦੀ ਸਤਿਗੁਰੂ ਜੀ ਖਿਮਾ ਕਰ ਦੇਣ। ਗੱਜ ਵੱਜ ਕੇ ਕਹਿਣਾ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।